सतगुर का दर्शन पाए जियो। जे जे तुमरे ध्यान को नित उठ ध्याए हैं संत, अंत लहेंगे मुक्त फल, पावेंगे भगवंत। आए गए जब ते तुमरे, तब ते को आंख तरे नहीं अन्यो। राम रहीम पुराण कुरान, अनेक कहे मत एक न मान्यो। व्रत शास्त्र वेद सब बहु भेद, कहे हम एक न मान्यो। श्री असपान कृपा तुमरी कर, मैं न कहयो सब तुहे बखान्यो। सगल द्वार को छाड़ के गयो तुहारो द्वार, बाहें गए की लाज आस, गोविंद दास तुहार। कोटल गुर सेवियै, ऐनस सहज सुभाए, दर्शन परसियै गुरु के, जन्म मरण दुख जाए। होवै सिफत खसामदी, नूर अरसों कुरसों झटियै। डिठे सच्चे पातशाह, माल जन्म जन्म दी कटियै। डिठे सच्चे पातशाह, माल जन्म जन्म दी कटियै। सतनाम श्री वाहिगुरु साहिब जीओ। तनासरी महला पंजवा। दीन दर्द निवार ठाकुर, राखै जन की आप। तरन तारण हर निध, दुख ना सकै व्याप। साधु संग भजो गोपाल, आन संजम किछ ना सूझै। एह जतन काट कल काल, दीन दर्द निवार ठाकुर, राखै जन की आप। वाहिगुरु जी का खालसा, वाहिगुरु जी की फतेह। पतत पावन कृपा निधान गरीब नवाज, चवर तख्त ਸਿੰਘਾਸਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਦੇ ਅੰਦਰ ਬੈਠ ਕੇ ਮਹਾਰਾਜ ਸਾਹਿਬ ਜੀਆਂ ਦੀ ਗੁਰਬਾਣੀ ਦੇ ਕੀਰਤਨ ਔਰ ਨਿਤਨੇਮ ਦੀਆਂ ਦਾਤਾਂ ਸਰਵਨ ਕੀਤੀਆਂ। ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ
ਸਾਡਾ ਇਹ ਸਮਾਂ, ਇਹ ਮਨੁੱਖਾ ਜਨਮ ਸਫਲ ਬਣਾਉਣ ਹਿੱਤ ਸਾਨੂੰ ਇਹ ਦਾਤ ਮਹਾਰਾਜ ਨੇ ਅੰਮ੍ਰਿਤ ਵੇਲੇ ਬਖਸ਼ੀ ਹੈ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦਾ ਧਿਆਨ ਟਿਕਾਈਏ। ਜਿਸ ਤਰ੍ਹਾਂ ਕਿ ਗੁਰੂ ਕਿਆ ਸਿੱਖਾਂ ਨੇ ਬੇਨਤੀ ਕੀਤੀ, ਧੰਨ ਦਸਵੇਂ ਪਾਤਸ਼ਾਹ ਦੇ ਅੱਗੇ, ਮਹਾਰਾਜ ਸਾਹਿਬ ਜੀ, ਇਸ ਗੁਰਬਾਣੀ ਨੂੰ ਪੜ੍ਹਨਾ ਕਿਵੇਂ ਹੈ ਔਰ ਇਸ ਗੁਰਬਾਣੀ ਦੇ ਅਰਥ ਕਿਵੇਂ ਕਰਨੇ ਨੇ, ਸਮਝ ਕਿਵੇਂ ਪਵੇ। ਗੁਰਸਿੱਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀਆਂ ਨੇ ਫਿਰ ਦਮਦਮਾ ਸਾਹਿਬ, ਜੋ ਤਖਤ ਸਾਹਿਬ ਸਥਾਨ ਬਣਿਆ, ਇਸ ਜਗ੍ਹਾ ਦੇ ਉੱਪਰ ਮਹਾਰਾਜ ਸਾਹਿਬ ਜੀਆਂ ਨੇ ਫਿਰ ਸੁੰਦਰ ਸੋਹਣਾ ਦੀਵਾਨ ਸਜਵਾ ਕੇ ਨਾਲ ਨਾਲ ਗੁਰਬਾਣੀ ਕਿਵੇਂ ਪੜ੍ਹਨੀ ਹੈ ਉਹ ਸਤਿਗੁਰਾਂ ਨੇ ਗੁਰਬਾਣੀ ਦੀ ਸੰਥਿਆ ਕਰਵਾਈ। ਇਸ ਗੁਰਬਾਣੀ ਦੇ ਅਰਥ ਕਿਵੇਂ ਕਰਨੇ ਨੇ ਔਰ ਗੁਰਬਾਣੀ ਦੇ ਅਰਥ ਕਰਕੇ ਇਹ ਸਾਨੂੰ ਗਿਆਨ ਕਿਵੇਂ ਪ੍ਰਾਪਤ ਹੋਵੇ, ਸੋਝੀ ਕਿਵੇਂ ਪ੍ਰਾਪਤ ਹੋਵੇ, ਉਹ ਮਹਾਰਾਜ ਨੇ ਦੱਸਣ ਵਾਸਤੇ ਦਿਨ ਦੇ ਪਹਿਲੇ ਪਹਿਰ ਮਹਾਰਾਜ ਗੁਰਬਾਣੀ ਪੜ੍ਹਨੀ, ਸੰਥਿਆ ਕਰਨੀ। ਦਿਨ ਦੇ ਪਹਿਲੇ ਪਹਿਰ ਦੇ ਵਿੱਚ ਇਹ ਕਰਤੱਵ ਹੁੰਦਾ ਅਤੇ ਦਿਨ ਦੇ ਅਖੀਰਲੇ ਪਹਿਰ ਦੇ ਵਿੱਚ, ਦੁਪਹਿਰ ਤੋਂ ਬਾਅਦ ਵਿੱਚ, ਮਹਾਰਾਜ ਜੀ ਫਿਰ ਗੁਰਬਾਣੀ ਦੇ ਅਰਥ ਕਰਨੇ। ਇਹ ਵੀ ਦਸਵੇਂ ਪਾਤਸ਼ਾਹ ਮਹਾਰਾਜ ਆਪ ਬਖਸ਼ਿਸ਼ ਕਰਦੇ। ਇਹ ਜੋ ਆਪਾਂ ਗੁਰਬਾਣੀ ਪਾਠ ਦੇ ਰੂਪ ਦੇ ਵਿੱਚ ਕਰਦੇ ਹਾਂ ਜਾਂ ਕਥਾ ਦੇ ਰੂਪ ਦੇ ਵਿੱਚ ਸਰਵਣ ਕਰਦੇ ਹਾਂ, ਇਹ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪ ਇਹ ਦਾਤਾਂ ਸਾਨੂੰ ਤਰੁੱਠ ਕੇ ਜਿਹੜੀਆਂ ਹਨ ਉਹ ਬਖਸ਼ਿਸ਼ ਕੀਤੀਆਂ ਨੇ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਹਨ ਉਹਨਾਂ ਬਚਨਾਂ ਨੂੰ ਸਰਵਣ ਕਰੀਏ। ਮਿਲਿਆ ਹੋਇਆ ਇਹ ਜੋ ਮਨੁੱਖਾ ਜਨਮ ਦਾ ਟਾਈਮ ਹੈ, ਸਮਾਂ ਹੈ, ਏਕ ਘਰੀ ਆਧੀ ਘਰੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਸਤਸੰਗਤ ਵਿੱਚ ਬੈਠਾਂਗੇ ਉਹ ਸਫਲਾ ਹੋ ਜਾਏਗਾ। ਮਨ ਦਾ ਧਿਆਨ ਟਿਕਾਈਏ। ਸਰੀਰ ਕਰਕੇ ਬੈਠੇ ਹਾਂ, ਮਨ ਕਰਕੇ ਗੁਰੂ ਦਰਬਾਰ ਅੰਦਰ ਬੈਠੀਏ। ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪੰਜਵਾਂ। ਤਨਾਸਰੀ ਰਾਗ ਦਾ ਇਹ ਸ਼ਬਦ ਆਪਾਂ ਸਰਵਣ ਕਰਨ ਜਾ ਰਹੇ ਹਾਂ। ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਜੀਆਂ ਨੇ ਇਹ ਸ਼ਬਦ ਬਖਸ਼ਿਸ਼ ਕੀਤਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਛੋਟੀ ਉਮਰ ਦੇ ਵਿੱਚ ਹੀ ਇਹ ਵਰ ਬਖਸ਼ਿਸ਼ ਕਰ ਦਿੱਤਾ। ਦੋਹੇ ਥਾ ਬਾਣੀ ਕਾ ਬੋਏ ਥਾ। ਬਾਣੀ ਦਾ ਜਹਾਜ਼ ਤਿਆਰ ਕਰਨਾ ਹੈ, ਇਹ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਬਚਪਨ ਦੇ ਵਿੱਚ ਹੀ ਪ੍ਰਾਪਤ ਕਰ ਲੈ। ਐਸੇ ਸਤਿਗੁਰੂ ਜੀ ਇਹ ਬਾਣੀ ਦਾ ਜਹਾਜ਼ ਸਾਨੂੰ ਬਖਸ਼ਿਸ਼ ਕਰਦੇ ਪਏ। ਗੁਰਬਾਣੀ ਦੇ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀਆਂ ਦਾ ਇਹ ਪਵਿੱਤਰ ਸ਼ਬਦ ਹੈ। ਦੀਨ ਦਰਦ ਨਿਵਾਰ ਠਾਕੁਰ। ਸਤਿਗੁਰੂ ਕਹਿਣ ਲੱਗੇ ਉਹ ਜੋ ਠਾਕੁਰ ਮਾਲਕ ਹੈ ਨਾ, ਪਰਮਾਤਮਾ ਜਿਹਨੇ ਸ੍ਰਿਸ਼ਟੀ ਬਣਾਈ ਹੈ, ਉਹ ਦੀਨਾਂ ਦੇ ਦਰਦ ਕਹੀਏ ਦੁੱਖਾਂ ਨੂੰ ਨਾਸ ਕਰਨ ਵਾਲਾ। ਦੀਨ ਤੋਂ ਭਾਵ ਹੁੰਦਾ ਗਰੀਬ, ਲੋੜਵੰਦ, ਜਿਹਦੀ ਕਿਤੇ ਸੁਣਵਾਈ ਨਾ ਹੋਵੇ। ਜਿਸ ਨੀਚ ਕੋ ਕੋਈ ਨਾ ਜਾਣੈ, ਜਿਹਨੂੰ ਕੋਈ ਨਹੀਂ ਜਾਣਦਾ। ਦੁਨੀਆ ਵਿੱਚ ਕੋਈ ਕਦਰ ਨਹੀਂ ਹੈ, ਕੋਈ ਕੀਮਤ ਨਹੀਂ ਹੈ, ਕੋਈ ਸਿਫਾਰਿਸ਼ ਨਹੀਂ ਹੈ, ਕੋਈ ਪਹੁੰਚ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐਸਾ ਜਿਹੜਾ ਹੈ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਜਿਹੜਾ ਨਾ, ਦੀਨ ਜਿਹੜੇ ਗਰੀਬ ਨੇ, ਲੋੜਵੰਦ ਨੇ, ਜਿਨ੍ਹਾਂ ਦੀ ਕਿਤੇ ਫਰਿਆਦ ਨਹੀਂ ਸੁਣੀ ਜਾਂਦੀ, ਉਹਨਾਂ ਦੇ ਵੀ ਦਰਦ ਨੂੰ ਨਿਵਾਰਨ ਵਾਲਾ ਹੈ।
ਦਰਦ ਕਹੀਏ ਦੁੱਖ ਨੂੰ ਦੂਰ ਕਰਨ ਵਾਲਾ, ਉਹਨਾਂ ਦੇ ਦੁੱਖ ਵੀ ਉਹ ਦੂਰ ਕਰ ਦਿੰਦਾ ਹੈ ਜਿਹੜਾ ਦੁਨੀਆ ਦਾ ਆਸਰਾ ਛੱਡ ਕੇ ਵੀ ਦੁਨੀਆ ਵੱਲੋਂ ਮੈਨੂੰ ਕੁਝ ਨਹੀਂ ਮਿਲੇਗਾ। ਹੁਣ ਰੱਖਿਆ ਤੇ ਕੇਵਲ ਪ੍ਰਮਾਤਮਾ ਨੇ ਕਰਨੀ ਹੈ। ਜਿਹੜਾ ਐਸੀ ਉਹਦੀ ਆਸ ਰੱਖ ਕੇ ਬੈਠਦਾ, ਇਕੱਲੇ ਮਨੁੱਖਾਂ ਦੀ ਗੱਲ ਨਹੀਂ, ਜੇ ਕੋਈ ਪਸ਼ੂ ਪੰਛੀ ਵੀ ਉਹਦੀ ਆਸ ਤੱਕਦਾ ਨਾ, ਉਹਦੀ ਸ਼ਰਨ ਵਿੱਚ ਜਾਂਦਾ ਤੇ ਉਹਦੀ ਰੱਖਿਆ ਹੁੰਦੀ ਹੈ। ਤੇ ਸਾਡੇ ਸਾਹਮਣੇ ਇਤਿਹਾਸ ਆਪਾਂ ਪੜ੍ਹਦੇ ਹਾਂ ਨਾ ਕਿ ਹਰੀਹਰ ਖੇਤਰ ਦੇ ਵਿੱਚ ਇੱਕ ਹਾਥੀ ਡੁੱਬਦੇ ਹੋਏ ਨੂੰ ਪਰਮਾਤਮਾ ਨੇ ਬਚਾਇਆ। ਹੁਣ ਹਾਥੀ ਵੀ ਤੇ ਜਾਨਵਰ ਹੀ ਹੈ ਨਾ, ਪਰ ਡੁੱਬਦੇ ਹੋਏ ਨੂੰ ਉਹਨੂੰ ਸੋਝੀ ਆਈ ਵੀ ਜਿਹਨੇ ਮੈਨੂੰ ਬਣਾਇਆ, ਜਿਹੜਾ ਸ੍ਰਿਸ਼ਟੀ ਬਣਾਉਣ ਵਾਲਾ ਹੈ, ਇਸ ਵੇਲੇ ਮੇਰੀ ਰੱਖਿਆ ਉਹ ਕਰ ਸਕਦਾ। ਤੇ ਉਹਨੇ ਦਰਦ ਦੇ ਮਾਰੇ ਨੇ ਦੁਖੀ ਹੋ ਕੇ ਵਿਚਾਰੇ ਹਾਥੀ ਨੇ ਪੁਕਾਰ ਕੀਤੀ ਤੇ ਪਰਮਾਤਮਾ ਜੀ ਉਸ ਵੇਲੇ ਉਹਦੀ ਮਦਦ ਕਰਦੇ ਪਏ। ਜਿਹੜਾ ਵੀ ਦਰਦ ਨੂੰ ਨਾ ਝੱਲਦਿਆਂ ਹੋਇਆਂ ਦੁਖੀ ਹੋ ਕੇ ਪਰਮਾਤਮਾ ਅੱਗੇ ਫਰਿਆਦ ਕਰਦਾ, ਉਹ ਭਾਵੇਂ ਪਸ਼ੂ ਵੀ ਕਿਉਂ ਨਾ ਹੋਵੇ, ਉਹਦੀ ਪੁਕਾਰ ਵੀ ਸੁਣੀ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਲਿਖਿਆ, ਕਹਿਣ ਲੱਗੇ ਮ੍ਰਿਗੀ ਪੇਖੰਤ ਬਦਕ ਪ੍ਰਹਾਰੇਨ ਲਖ ਆਵਦ। ਇਹ ਸਹਿਸਕ੍ਰਿਤੀ ਦਾ ਬਚਨ ਹੈ। ਕਹਿਣ ਲੱਗੇ ਕਿ ਹਿਰਨੀ ਨਾ ਆਪਣੇ ਬੱਚੇ ਨੂੰ ਜਨਮ ਦਿੰਦੀ ਪਈ ਹੈ ਤੇ ਬੜਾ ਨਾਜ਼ੁਕ ਸਮਾਂ ਹੈ। ਉਸ ਮਾਂ ਦੇ ਉੱਪਰ ਬੱਚੇ ਨੂੰ ਜਨਮ ਦੇ ਰਹੀ ਹੈ, ਪੀੜਾ ਦੇ ਨਾਲ ਉਹ ਕਰਲਾਉਂਦੀ ਪਈ ਹੈ। ਇੰਨੇ ਚਿਰ ਨੂੰ ਸ਼ਿਕਾਰੀ ਦੀ ਨਜ਼ਰ ਪੈ ਗਈ। ਹੁਣ ਸ਼ਿਕਾਰੀ ਨੂੰ ਮਾਸਾ ਦਇਆ ਨਹੀਂ ਆਈ, ਮਾਸਾ ਉੱਤੇ ਤਰਸ ਨਹੀਂ ਆਇਆ, ਥੋੜ੍ਹਾ ਜਿੰਨਾ ਵੀ ਨਹੀਂ ਆਇਆ। ਵੇਖਿਆ ਵੀ ਇਹ ਧਰਤੀ 'ਤੇ ਲੇਟਦੀ ਪਈ ਹੈ, ਇਹ ਆਪਣੇ ਦਰਦ ਵਿੱਚ ਹੀ, ਆਪਣੇ ਧਿਆਨ ਵਿੱਚ ਹੀ ਹੈ, ਮੇਰੇ ਵੱਲੇ ਧਿਆਨ ਨਹੀਂ। ਤੇ ਸ਼ਿਕਾਰੀ ਨੇ ਬੜੀ ਛੇਤੀ ਦੇ ਨਾਲ ਇੱਕ ਪਾਸੇ ਜਾਲ ਲਾ ਦਿੱਤਾ। ਚਾਰ ਪਾਸੇ ਇਹਨੇ ਭੱਜਣਾ ਹੈ, ਇੱਕ ਪਾਸਾ ਬੰਦ ਕਰ ਦੇਵਾਂ, ਜਾਲ ਲਾ ਦਿੱਤਾ, ਇੱਕ ਪਾਸੇ ਆਪਣਾ ਕੁੱਤਾ ਖੜਾ ਕਰ ਦਿੱਤਾ ਤੇ ਤੀਜੇ ਪਾਸੇ ਅੱਗ ਬਾਲ ਦਿੱਤੀ। ਜਾਨਵਰ ਅੱਗ ਤੋਂ ਡਰ ਜਾਂਦਾ, ਚੌਥੇ ਪਾਸੇ ਆਪ ਖੜਾ ਹੋ ਗਿਆ ਤੀਰ ਲੈ ਕੇ, ਮੌਕਾ ਵੇਖਦਾ ਪਿਆ, ਨਿਸ਼ਾਨਾ ਲੱਗੇ ਜਨਮ ਦਿੰਦੀ ਹਿਰਨੀ ਨੂੰ, ਜਿਹੜੀ ਬੱਚੇ ਨੂੰ ਜਨਮ ਦਿੰਦੀ ਪਈ ਹੈ, ਮਾਰ ਦੇਵ। ਐਸੇ ਦਰਦ ਵਿੱਚ ਉਹ ਹਿਰਨੀ ਨੇ ਜਦੋਂ ਸ਼ਿਕਾਰੀ ਵੱਲ ਵੇਖਿਆ ਤੇ ਪਤਾ ਲੱਗਾ ਵੀ ਇਹ ਤੇ ਮੈਨੂੰ ਮਾਰਨ ਵਾਸਤੇ ਆ ਗਿਆ ਔਰ ਸਾਰੇ ਰਸਤੇ ਬੰਦ ਕਰੀ ਬੈਠਾ। ਜਾਲ ਲੱਗਾ ਹੋਇਆ, ਸ਼ਿਕਾਰੀ ਕੁੱਤਾ ਇੱਕ ਪਾਸੇ ਬੈਠਾ, ਅੱਗ ਬਲਦੀ ਪਈ ਹੈ, ਚੌਥੇ ਪਾਸੇ ਆਪ ਤੀਰ ਲੈ ਕੇ ਬੈਠਾ। ਜਾਨਵਰ ਨੂੰ ਉਸ ਵੇਲੇ ਸਮਝ ਪਈ ਵੀ ਪਰਮਾਤਮਾ ਹੈ ਜਿਹੜਾ ਇਸ ਵੇਲੇ ਮੈਨੂੰ ਇਸ ਮੁਸੀਬਤ ਵਿੱਚੋਂ ਕੱਢ ਸਕਦਾ, ਉਹਦੇ ਬਿਨਾਂ ਕੱਢਣਾ ਕਿਸੇ ਨੇ ਨਹੀਂ। ਉਸ ਵਿਚਾਰੀ ਹਿਰਨੀ ਨੇ ਫਿਰ ਪਰਮਾਤਮਾ ਨੂੰ ਯਾਦ ਕੀਤਾ, ਉੱਪਰ ਨੂੰ ਵੇਖਿਆ ਤੇ ਮਨੋ ਮਨੋ ਅਰਦਾਸ ਕੀਤੀ ਵੀ ਪਰਮਾਤਮਾ ਇਸ ਵੇਲੇ ਐਸੀ ਵਿਪਤਾ ਵਿੱਚੋਂ ਤੂੰ ਕੱਢ ਸਕਦਾ। ਮੈਂ ਬੱਚੇ ਨੂੰ ਜਨਮ ਦੇ ਰਹੀ ਹਾਂ, ਦੁੱਧ ਤੋਂ ਬਿਨਾਂ ਜੇ ਮੈਨੂੰ ਮਾਰੇਗਾ ਸ਼ਿਕਾਰੀ, ਦੁੱਧ ਬਿਨਾਂ ਬੱਚਾ ਵੀ ਮਰ ਜਾਏਗਾ। ਜਨਮ ਲੈਣ ਤੋਂ ਪਹਿਲਾਂ ਜੇ ਇਹਨੇ ਮੈਨੂੰ ਮਾਰ ਦਿੱਤਾ ਬੱਚਾ ਤਾਂ ਵੀ ਮਰ ਜਾਏਗਾ। ਸਾਡੇ ਦੋਵਾਂ ਦੀ ਜਿੰਦ ਜਾਨ ਦੀ ਰਾਖੀ ਇਸ ਵੇਲੇ ਤੇਰੇ ਕੋਲ ਹੈ, ਸਾਡੇ ਤੇ ਕਿਰਪਾ ਕਰ, ਰਹਿਮ ਕਰ। ਕਹਿਣ ਲੱਗੇ ਜਦੋਂ ਇਹ ਫਰਿਆਦ ਕੀਤੀ ਤੇ ਪਰਮਾਤਮਾ ਫਿਰ ਝੱਟ ਰੱਖਿਆ ਕਰਨ ਵਾਸਤੇ ਵਿਧੀ ਬਣਾ ਦਿੰਦਾ, ਬਹਾਨਾ ਬਣਾ ਦਿੰਦਾ। ਬਹਾਨਾ ਕੀ ਬਣਾਇਆ? ਕਹਿਣ ਲੱਗੇ ਵੀ ਇੰਨੇ ਚਿਰ ਨੂੰ ਹਵਾ ਦਾ ਬੜਾ ਤੇਜ਼ ਤਰਾਰ ਇੱਕ ਬੁੱਲਾ ਆਇਆ, ਇੱਕ ਹਵਾ ਦਾ ਬਹੁਤ ਵੱਡਾ ਝੋਕਾ ਆਇਆ, ਜਾਲ ਬੰਨ੍ਹ ਕੇ ਬੈਠਾ ਸੀ। ਹਵਾ ਨੇ ਜਾਲ ਤੋੜਿਆ ਤੇ ਚੁੱਕ ਕੇ ਲਿਆ ਕੇ ਅੱਗ ਵਿੱਚ ਸੁੱਟਿਆ। ਹਵਾ ਦੇ ਨਾਲ ਜਾਲ ਟੁੱਟਿਆ, ਜਾਲ ਟੁੱਟਣ ਦੇ ਨਾਲ, ਡਿੱਗਣ ਦੇ ਨਾਲ ਅੱਗ ਬੁਝ ਗਈ, ਦੋ ਰਸਤੇ ਖਾਲੀ ਹੋਏ। ਤੇ ਜਿੱਥੇ ਆਪ ਖਲੋਤਾ ਸੀ ਨਾ ਤੀਰ ਲੈ ਕੇ ਹਿਰਨੀ ਨੂੰ ਮਾਰਨ ਵਾਸਤੇ, ਪੈਰਾਂ ਦੇ ਵਿੱਚੋਂ ਕਹਿੰਦੇ ਇੱਕ ਖੁੱਡ ਹੈ ਤੇ ਖੁੱਡ ਦੇ ਵਿੱਚ ਸੱਪ ਬੈਠਾ, ਸੱਪ ਨਿਕਲਿਆ ਸ਼ਿਕਾਰੀ ਦੇ ਪੈਰਾਂ ਦੇ ਉੱਪਰ ਆ ਕੇ ਜਦੋਂ ਡੰਗ ਮਾਰਿਆ ਤੇ ਇਹਦਾ ਹੱਥ ਹਿੱਲ ਗਿਆ। ਤੀਰ ਖਿੱਚੀ ਬੈਠਾ ਮਾਰਨ ਵਾਸਤੇ, ਹੱਥ ਹਿੱਲਿਆ ਤੇ ਉਹ ਤੀਰ ਚੱਲਿਆ ਤੇ ਕੁੱਤੇ ਦੇ ਜਾ ਕੇ ਵੱਜਾ। ਤੀਰ ਵੱਜਣ ਨਾਲ ਕੁੱਤਾ ਮਰਿਆ ਤੇ ਸੱਪ ਲੜਨ ਦੇ ਨਾਲ ਆਪ ਮਰਿਆ। ਮਹਾਰਾਜ ਕਹਿਣ ਲੱਗੇ ਮ੍ਰਿਗੀ ਪੇਖੰਤ ਬਦਕ। ਸ਼ਿਕਾਰੀ ਨੇ ਵੇਖਿਆ ਹਿਰਨੀ ਦੇ ਵੱਲ, ਇਸ ਵੇਲੇ ਬੱਚੇ ਨੂੰ ਜਨਮ ਦਿੰਦੀ ਪਈ ਹੈ, ਇਸ ਵੇਲੇ ਦਰਦ ਦੇ ਸਮੇਤ ਹੈ, ਦੁੱਖ ਦੇ ਸਮੇਤ ਹੈ, ਇਹਨੂੰ ਪਕੜਨਾ ਬੜਾ ਸੌਖਾ।
ਆਪਣੇ ਸਾਰੇ ਯਤਨ ਉਹਨੇ ਕੀਤੇ ਹਿਰਣੀ ਨੂੰ ਮਾਰਨ ਦੇ ਵਾਸਤੇ, ਪਰ ਮਹਾਰਾਜ ਕਹਿਣ ਲੱਗੇ ਪਰਮਾਤਮਾ ਬੜਾ ਬੇਅੰਤ ਹੈ। ਪ੍ਰਹਾਰੇਨ ਲਖ ਆਵਦੈ ਅਹੋ ਜਸ। ਗੋਪਾਲ ਸੁਆਮੀ ਉਹ ਜਿਹੜਾ ਪਰਮਾਤਮਾ ਹੈ ਨਾ, ਬੜਾ ਵੱਡੇ ਜਸ ਵਾਲਾ ਹੈ। ਉਹਨੇ ਐਸੀ ਕਿਰਪਾ ਕੀਤੀ, ਸਾਰੇ ਦਰਵਾਜ਼ੇ ਖੋਲ ਦਿੱਤੇ, ਸਾਰਿਆਂ ਨੂੰ ਹੀ ਮਿਟਾ ਦਿੱਤਾ, ਪਰੇ ਕਰ ਦਿੱਤਾ। ਜਾਨਵਰ ਦੀ ਐਸੀ ਰਾਖੀ ਹੋਈ ਹੈ, ਆਪ ਵੀ ਨਵਾਂ ਨਰੋਇਆ ਸਰੀਰ ਲੈ ਕੇ ਤੇ ਬੱਚੇ ਦਾ ਨਵਾਂ ਨਰੋਇਆ ਸਰੀਰ ਲੈ ਕੇ ਉੱਥੋਂ ਗਈ ਹੈ। ਇਸ ਤਰ੍ਹਾਂ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ, ਜਿਹੜਾ ਉਹਨੂੰ ਧਿਆਉਂਦਾ ਹੈ, ਜਿਹੜਾ ਉਹਨੂੰ ਮੰਨਦਾ ਹੈ, ਭਾਵੇਂ ਦੁੱਖ ਦੇ ਸਮੇਂ ਹੀ ਮੰਨਦਾ ਪਿਆ ਹੈ, ਇਕੱਲੇ ਮਨੁੱਖਾਂ ਦੀ ਨਹੀਂ, ਉਹ ਤੇ ਪਸ਼ੂਆਂ ਦੀ ਫਰਿਆਦ ਵੀ ਸੁਣਦਾ ਹੈ। ਸਤਿਗੁਰੂ ਕਹਿਣ ਲੱਗੇ ਦੀਨ ਦਰਦ ਨਿਵਾਰ ਠਾਕੁਰ। ਉਹ ਜੋ ਠਾਕੁਰ ਪਰਮਾਤਮਾ ਹੈ, ਜਿਹੜੇ ਦੀਨ ਬਣ ਜਾਂਦੇ ਨਾ, ਸ਼ਰਨ ਵਿੱਚ ਆ ਜਾਂਦੇ, ਹਥਿਆਰ ਸੁੱਟ ਦਿੰਦੇ, ਸਾਰੀਆਂ ਦੁਨੀਆ ਦੇ ਆਸਰੇ ਕਹਿ ਦਿੰਦੇ ਵੀ ਸਾਡੇ ਵਾਸਤੇ ਖਤਮ ਹੋ ਗਏ, ਸਾਡੇ ਲਈ ਕੋਈ ਆਸਰਾ ਨਹੀਂ ਬਚਿਆ, ਕੇਵਲ ਪਰਮਾਤਮਾ ਤੂੰ ਹੈ। ਤੇ ਕਹਿਣ ਲੱਗੇ ਉਹ ਪਰਮਾਤਮਾ ਫਿਰ ਉਹਨਾਂ ਦੀਨਾਂ ਦੇ, ਸ਼ਰਨ ਆਇਆਂ ਦੇ ਦਰਦਾਂ ਨੂੰ ਕੱਟਣ ਵਾਲਾ, ਨਾਸ ਕਰਨ ਵਾਲਾ, ਫਿਰ ਦੁੱਖ ਰਹਿ ਨਹੀਂ ਦਿੰਦਾ। ਜਿਵੇਂ ਹਾਥੀ ਦਾ ਦੁੱਖ ਕੱਟਿਆ ਤੰਦੂਏ ਦੀਆਂ ਤਾਰਾਂ ਕੱਟ ਕੇ, ਜਿਵੇਂ ਹਿਰਣੀ ਦਾ ਦੁੱਖ ਕੱਟਿਆ ਸ਼ਿਕਾਰੀ ਨੂੰ ਮਾਰ ਕੇ, ਜਿਹੜਾ ਜਾਨਵਰਾਂ ਦੀ ਐਸੀ ਰੱਖਿਆ ਕਰ ਸਕਦਾ, ਉਹ ਤੇਰੀ ਕਿਉਂ ਨਹੀਂ ਕਰੇਗਾ? ਤੇਰੀ ਵੀ ਉਹ ਕਰਦਾ ਹੈ, ਪਰ ਤੇਰੇ ਮਨ ਵਿੱਚ ਭਰੋਸਾ ਹੋਵੇ, ਵਿਸ਼ਵਾਸ ਹੋਵੇ। ਸਤਿਗੁਰੂ ਕਹਿੰਦੇ ਉਹ ਐਸਾ ਹੈ ਜਿਹੜਾ ਦੀਨ ਸ਼ਰਨ ਆਇਆਂ ਦੇ ਦਰਦ ਕਹੀਏ ਦੁੱਖਾਂ ਨੂੰ ਕੱਟਣ ਵਾਲਾ ਹੈ। ਰਾਖੈ ਜਨ ਕੀ ਆਪ। ਆਪਣੇ ਜਾਨਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ ਇੱਜ਼ਤ ਵੀ ਉਹ ਆਪ ਰੱਖਦਾ ਹੈ। ਆਪਣੇ ਭਗਤਾਂ ਦੀ ਇੱਜ਼ਤ ਨੂੰ ਘਟਣ ਨਹੀਂ ਦਿੰਦਾ, ਖਰਾਬ ਨਹੀਂ ਹੋਣ ਦਿੰਦਾ, ਨੀਵਾਂ ਨਹੀਂ ਹੋਣ ਦਿੰਦਾ। ਦੁਨੀਆ ਦੇ ਲੋਕ ਯਤਨ ਤੇ ਬੜਾ ਕਰਦੇ, ਪਰ ਕਹਿਣ ਲੱਗੇ ਉਹ ਪਰਮਾਤਮਾ ਐਸਾ ਹੈ, ਆਪਣੇ ਜਨਾਂ ਦੀ ਇੱਜ਼ਤ ਵੀ ਉਹ ਆਪ ਰੱਖਦਾ, ਮਾਨ ਵੀ ਆਪ ਰੱਖਦਾ, ਐਸੀ ਬਖਸ਼ਿਸ਼ ਕਰ ਦਿੰਦਾ, ਉਹਨਾਂ ਦੀ ਰਾਖੀ ਕਰਦਾ ਹੈ। ਤਰਨ ਤਾਰਨ ਹਰ ਨਿਧ। ਪਰਮਾਤਮਾ ਜੋ ਹੈ ਉਸਨੇ ਕੀ ਕਿਰਪਾ ਕੀਤੀ ਹੈ? ਤਾਰਨ ਕਹੀਏ ਸੰਸਾਰ ਤੋਂ ਤਰਨ ਵਾਸਤੇ ਪਰਮਾਤਮਾ ਨੇ ਨਾਮ ਦਾ ਜਹਾਜ਼ ਬਖਸ਼ਿਸ਼ ਕੀਤਾ। ਸਮੁੰਦਰ ਨੂੰ ਪਾਰ ਕਰਨਾ ਹੋਵੇ ਤੇ ਜਹਾਜ਼ ਚਾਹੀਦਾ, ਬੇੜਾ ਚਾਹੀਦਾ। ਪਰਮਾਤਮਾ ਨੇ ਸੰਸਾਰ, ਇਹ ਜੋ ਸਮੁੰਦਰ ਹੈ, ਇਹਨੂੰ ਪਾਰ ਕਰਨ ਵਾਸਤੇ ਨਾਮ ਬਖਸ਼ਿਸ਼ ਕੀਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਹੁਣ ਨਾਮ ਦਾ ਜਹਾਜ਼ ਤੇ ਹੈ, ਪਰ ਪਾਰ ਤੇ ਉਹ ਉਤਰੇਗਾ ਨਾ ਜਿਹੜਾ ਇਸ ਜਹਾਜ਼ ਦੇ ਉੱਪਰ ਚੜ੍ਹੇਗਾ। ਚੜ੍ਹਨਾ ਕੀ ਹੈ? ਨਾਮ ਦਾ ਸਿਮਰਨ ਕਰਨਾ। ਇਹ ਜੋ ਗੁਰੂ ਕੀ ਸਤ ਸੰਗਤ ਹੈ ਨਾ, ਇਹ ਵੀ ਗੁਰਮੁਖੋ ਜਹਾਜ਼ ਹੈ ਸੰਸਾਰ ਤੋਂ ਪਾਰ ਲਾਉਣ ਵਾਸਤੇ। ਦੋ ਵਿਅਕਤੀ ਚਲੇ ਗਏ ਨਾ ਸਮੁੰਦਰ ਦੇ ਕਿਨਾਰੇ, ਤੇ ਉਹਨਾਂ ਨੇ ਕਿਸੇ ਟਾਪੂ ਤੇ ਜਾਣਾ। ਇੱਕ ਜਾਣੇ ਨੇ ਵੇਖਿਆ ਜਹਾਜ਼ ਲੱਗਾ ਹੋਇਆ, ਮੈਂ ਥੋੜ੍ਹਾ ਜਿਹਾ ਬਾਹਰ ਬਾਜ਼ਾਰ ਘੁੰਮ ਲਵਾਂ, ਕੋਈ ਨਹੀਂ ਕਿਹੜਾ ਜਹਾਜ਼ ਚੱਲਿਆ, ਚੜ੍ਹ ਹੀ ਜਾਣਾ। ਤੇ ਦੂਸਰਾ ਕਹਿਣ ਲੱਗਾ ਮੈਂ ਤੇ ਜਹਾਜ਼ ਦੇ ਵਿੱਚ ਚੱਲ ਕੇ ਬੈਠਣ ਲੱਗਾ, ਥੋੜ੍ਹਾ ਆਰਾਮ ਕਰ ਲਵਾਂ। ਇੱਕ ਜਹਾਜ਼ ਦੇ ਵਿੱਚ ਚਲਾ ਗਿਆ, ਆਰਾਮ ਕਰਦਾ ਪਿਆ, ਇੱਕ ਬਾਹਰ ਘੁੰਮਦਾ ਪਿਆ। ਕਹਿਣ ਲੱਗੇ ਸਮਾਂ ਹੋਇਆ, ਜਹਾਜ਼ ਆਪਣੇ ਟਿਕਾਣੇ ਤੋਂ ਚੱਲਿਆ। ਜਿਹੜਾ ਵਿੱਚ ਜਾ ਕੇ ਬੈਠਾ ਸੀ ਉਹ ਤੇ ਮੰਜ਼ਿਲ ਨੂੰ ਪ੍ਰਾਪਤ ਹੋ ਗਿਆ, ਜਿਹੜਾ ਬਾਹਰ ਤੁਰਿਆ ਫਿਰਦਾ ਉੱਥੇ ਦਾ ਉੱਥੇ ਹੀ ਖਲੋਤਾ ਹੋਇਆ, ਮੰਜ਼ਿਲ ਤੇ ਨਹੀਂ ਪਹੁੰਚ ਸਕਿਆ। ਸਤਿਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਇਹ ਗੁਰੂ ਕੀ ਸੰਗਤ ਜਹਾਜ਼ ਹੈ, ਜਿਹੜੇ ਇਹਦੇ ਵਿੱਚ ਆ ਕੇ ਬੈਠ ਜਾਣਗੇ ਉਹ ਤੇ ਕਿਸੇ ਨਾ ਕਿਸੇ ਕਿਨਾਰੇ ਲੱਗ ਜਾਣਗੇ। ਤੇ ਜਿਹੜੇ ਕੇਵਲ ਬਾਹਰ ਬੈਠੇ ਨੇ, ਦੂਰ ਬੈਠੇ ਨੇ, ਸੰਗਤ ਵਿੱਚ ਆਉਣਾ ਨਹੀਂ ਚਾਹੁੰਦੇ, ਉਹ ਸੰਸਾਰ ਦੀ ਘੁੰਮਣ ਘੇਰੀ ਵਿੱਚ ਰਹਿ ਜਾਂਦੇ। ਮਹਾਰਾਜ ਕਹਿਣ ਲੱਗੇ ਤਾਰਨ ਤਾਰਨ ਹਰ ਨਿਧ। ਪਰਮਾਤਮਾ ਜਿਹੜਾ ਹੈ, ਪਰਮਾਤਮਾ ਦਾ ਨਾਮ ਗੁਰਮੁਖੋ ਸੰਸਾਰ ਤੋਂ ਤਾਰਨ ਵਾਸਤੇ ਤਰਨ ਕਹੀਏ ਜਹਾਜ਼ ਦੇ ਵਾਂਗ ਹੈ। ਔਰ ਇਹ ਜਿਹੜਾ ਨਾਮ ਹੈ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ, ਸਾਰੇ ਪਦਾਰਥਾਂ ਦਾ ਖਜ਼ਾਨਾ ਨਾਮ ਹੈ। ਦੁਖ ਨਾ ਸਕਾ ਵਿਆਪ। ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ ਹੈ, ਕਹਿਣ ਲੱਗੇ ਵੀ ਉਹਨਾਂ ਨੂੰ ਫਿਰ ਦੁੱਖ ਨਹੀਂ ਉਹ ਲੱਗਣ ਦਿੰਦਾ, ਦੁੱਖ ਉਹਨਾਂ ਦੇ ਕੱਟ ਦਿੰਦਾ, ਦੂਰ ਕਰ ਦਿੰਦਾ ਹੈ। ਜਿਹੜੇ ਉਹਦੀ ਸ਼ਰਨ ਵਿੱਚ ਪੈ ਜਾਂਦੇ ਉਹਨਾਂ ਦੇ ਦੁੱਖਾਂ ਨੂੰ ਉਹ ਦੂਰ ਕਰ ਦਿੰਦਾ, ਦੁੱਖ ਨੇੜੇ ਨਹੀਂ ਆਉਣ ਦਿੰਦਾ।
ਐਸੀ ਉਹ ਕਿਰਪਾ ਕਰ ਦਿੰਦਾ ਹੈ। ਆਪਣੇ ਜਨਾਂ ਦੇ, ਭਗਤਾਂ ਦੇ, ਗੁਰਮੁਖਾਂ ਦੇ ਦੁੱਖਾਂ ਨੂੰ ਕੱਟ ਕੇ ਦੂਰ ਕਰਦਾ ਹੈ। ਸਾਧੂ ਸੰਗ ਭਜੋ ਗੋਪਾਲ। ਇਸ ਕਰਕੇ ਭਾਈ ਜਿਹੜੀ ਸਾਧੂਆਂ ਦੀ ਸੰਗਤ ਹੈ ਨਾ, ਸਾਧੂਆਂ ਦੀ ਸੰਗਤ ਕੀ ਹੈ? ਗੁਰੂ ਕੀ ਸੰਗਤ। ਜਿੱਥੇ ਆਪਾਂ ਬੈਠੇ ਆ, ਇੱਥੇ ਆ ਕੇ ਮਹਾਰਾਜ ਕਹਿਣ ਲੱਗੇ ਸਾਧੂ ਸੰਗ, ਸਾਧੂਆਂ ਦੀ ਸੰਗਤ ਕਰਕੇ ਵਿੱਚ ਬੈਠ ਕੇ ਭਜੋ ਗੋਪਾਲ, ਜਿਹੜਾ ਗੋਪਾਲ ਧਰਤੀ ਪਾਲਣ ਵਾਲਾ ਪਰਮਾਤਮਾ ਹੈ, ਉਹਦਾ ਭਜਨ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ, ਉਹਨੂੰ ਯਾਦ ਕਰਿਆ ਕਰ ਸੰਗਤ ਵਿੱਚ ਆ ਕੇ। ਹੁਣ ਕਈ ਵਾਰੀ ਆਪਾਂ ਸੰਗਤ ਵਿੱਚ ਆ ਕੇ ਬੈਠ ਜਾਂਦੇ, ਪਰ ਸਾਡਾ ਧਿਆਨ ਨਹੀਂ ਹੁੰਦਾ। ਸਾਡਾ ਧਿਆਨ ਕਿਸੇ ਕੰਮ ਦੇ ਵਿੱਚ, ਕਿਸੇ ਮੁਸ਼ਕਲ ਦੇ ਵਿੱਚ, ਕਿਸੇ ਚਿੰਤਾ ਵਿੱਚ ਲੱਗਾ ਹੋਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਗਤ ਵਿੱਚ ਆ ਕੇ ਚਿੰਤਾ ਛੱਡ ਕੇ ਆਪਣੀ ਮੱਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਬਿਠਾਇਆ ਕਰ, ਗੁਰੂ ਦੇ ਧਿਆਨ ਨੂੰ ਆਪਣੇ ਮਨ ਵਿੱਚ ਸੋਚਿਆ ਕਰ, ਆਪਣੀ ਯਾਦਾਸ਼ਤ ਵਿੱਚ ਬਿਠਾਇਆ ਕਰ, ਤਾਂ ਕਿ ਤੇਰਾ ਸਮਾਂ ਸਫਲਾ ਹੋ ਜਾਵੇ। ਸਾਧੂ ਸੰਗ ਭਜੋ ਗੋਪਾਲ, ਜੇ ਸੰਗਤ ਵਿੱਚ ਆ ਕੇ ਬੈਠਾ, ਇੱਥੇ ਗੋਪਾਲ ਪਰਮਾਤਮਾ ਨੂੰ ਯਾਦ ਕਰਿਆ ਕਰ, ਤੇਰਾ ਭਲਾ ਹੋ ਜਾਣਾ ਹੈ। ਆਨ ਸੰਜਮ ਕਿਛ ਨਾ ਸੂਝੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੋਰ ਕਿਸੇ ਵੀ ਸੰਜਮ ਦੇ ਨਾਲ ਪ੍ਰਾਪਤੀ ਨਹੀਂ ਹੋਣੀ ਹੈ। ਆਣ ਤੋਂ ਭਾਵ ਹੁੰਦਾ ਗੁਰਮੁਖੋ ਹੋਰ ਕੋਈ ਵੀ ਸੰਜਮ ਕਰ ਲਾ, ਕੋਈ ਵੀ ਤਰੀਕਾ ਵਰਤ ਲਾ, ਕਿਸੇ ਵੀ ਤਰੀਕੇ ਦੇ ਨਾਲ ਤੂੰ ਜਮਾਂ ਦੇ ਕੋਲੋਂ ਛੁੱਟ ਨਹੀਂ ਹੋ ਸਕਦਾ। ਜੇ ਤੂੰ ਇਹ ਗੱਲ ਕਵੇਂ ਨਾ ਵੀ ਮੈਂ ਆਹ ਤਰੀਕਾ ਅਪਣਾ ਲਵਾਂਗਾ ਤੇ ਜਮਾਂ ਕੋਲੋਂ ਛੁੱਟ ਜਾਵਾਂਗਾ, ਤੇਰੇ ਤੋਂ ਪਹਿਲਾਂ ਬੜੇ ਬੜੇ ਦਾਨੀ ਹੋਏ, ਦਾਨ ਕਰਨ ਵਾਲੇ, ਤੇਰੇ ਤੋਂ ਪਹਿਲਾਂ ਬੜੇ ਬੜੇ ਜਪੀ ਹੋਏ ਨੇ, ਤਪੀ ਹੋਏ ਨੇ, ਵੱਡੇ ਵੱਡੇ ਜਪੀ ਤੇ ਤਪੀ, ਦਾਨ ਕਰਨ ਵਾਲੇ, ਪੁੰਨ ਕਰਨ ਵਾਲੇ, ਧਰਤੀ ਦਾ ਭ੍ਰਮਣ ਕਰਨ ਵਾਲੇ ਵੀ ਛੁੱਟ ਨਹੀਂ ਸਕੇ ਜਮਾਂ ਦੇ ਕੋਲੋਂ। ਸਤਿਗੁਰਾਂ ਨੇ ਤੇ ਬਚਨ ਲਿਖਿਆ, ਕਹਿਣ ਲੱਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ, ਅੰਤ ਫਸੇ ਜਮ ਫਾਸ ਪਰੇਂਗੇ। ਇੱਥੇ ਤੇ ਬਰਮਾ ਵਰਗੇ ਦੇਵਤੇ ਨੇ, ਇੰਦਰ ਵਰਗੇ ਦੇਵਤੇ ਨੇ, ਸਚੀ ਵਰਗੀਆਂ ਅਪਸ਼ਰਾ ਨੇ। ਮਹਾਰਾਜ ਕਹਿਣ ਲੱਗੇ ਜਮਾਂ ਦੀ ਫਾਈ ਤੇ ਇੱਥੇ ਵੀ ਆ ਕੇ ਪੈਣੀ ਹੈ। ਕਾਲ ਪਾਏ ਬ੍ਰਹਮਾ ਬਬਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕੁਝ ਸਮੇਂ ਦਾ ਹੀ ਤਮਾਸ਼ਾ ਬਣਾਇਆ ਪਰਮਾਤਮਾ ਨੇ। ਸਮਾਂ ਪਾ ਕੇ ਦੇਵੀ ਦੇਵਤੇ ਆਏ, ਸਮਾਂ ਪਾ ਕੇ ਇਹਨਾਂ ਨੂੰ ਵੀ ਜਾਣਾ ਪੈਣਾ ਹੈ। ਸਾਰੇ ਕੁਝ ਕਾਲ ਦੇ ਅਧੀਨ ਕੀਤਾ ਹੈ। ਜੇ ਨਹੀਂ ਕਾਲ ਦੇ ਅਧੀਨ ਤੇ ਉਹ ਪਰਮਾਤਮਾ ਹੈ। ਇੱਥੇ ਤੇ ਇੰਨੇ ਵੱਡਿਆਂ ਦੀ ਗੱਲ ਹੈ ਜਿਹੜੇ ਸਵਰਗਾਂ ਦਾ ਰਾਜ ਕਿਤੇ ਐਵੇਂ ਥੋੜ੍ਹੀ ਮਿਲ ਗਿਆ। ਸਵਰਗਾਂ ਦਾ ਰਾਜ ਲੈਣ ਵਾਸਤੇ ਕਿੰਨੇ ਜਪ ਤਪ ਕੀਤੇ ਹੋਣਗੇ, ਕਿੰਨੇ ਪੁੰਨ ਦਾਨ ਕੀਤੇ ਹੋਣਗੇ, ਪਰ ਛੁੱਟਿਆ ਤੇ ਉਹ ਵੀ ਨਹੀਂ 84 ਲੱਖ ਦੇ ਗੇੜੇ ਵਿੱਚੋਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਨ ਸੰਜਮ ਕਿਛ ਨਾ ਸੂਝੈ। ਹੋਰ ਜਿੰਨੇ ਮਰਜ਼ੀ ਸੰਜਮ ਕਰ ਲਾ, ਵਰਤ ਵਰਤਾਓ ਰੱਖ ਲਾ, ਜਿੰਨੇ ਮਰਜ਼ੀ ਯਤਨ ਕਰ, ਪਰ ਜਮਾ ਕੋਲੋਂ ਛੁੱਟਿਆ ਨਹੀਂ ਜਾਣਾ ਹੈ। ਇਹ ਯਤਨ ਕਾਟ ਕਲ ਕਾਲ। ਸਤਿਗੁਰਾਂ ਤੋਂ ਪੁੱਛਿਆ ਫਿਰ ਮਹਾਰਾਜ ਕੀ ਕਰੀਏ? ਸਤਿਗੁਰੂ ਕਹਿੰਦੇ ਇੱਕੋ ਹੀ ਯਤਨ ਕਰ। ਮਹਾਰਾਜ ਉਹ ਇੱਕ ਯਤਨ ਕਿਹੜਾ ਹੈ? ਕਹਿਣ ਲੱਗੇ ਨਾਮ ਜਪਿਆ ਕਰ, ਕੇਵਲ ਤੇ ਕੇਵਲ ਨਾਮ। ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ ਦੀ ਗੱਲ ਹੈ। ਜਦੋਂ ਵੀ ਗੁਰਮੁਖਾ ਰਸਤੇ ਤੇ ਤੁਰਦਾ ਨਾ, ਤੁਰਿਆ ਜਾਂਦਾ, ਕੰਨਾਂ ਨੂੰ ਅਸੀਂ ਹੈੱਡਫੋਨ ਲਾ ਲੈਂਦੇ, ਕੋਈ ਗੀਤ ਸੰਗੀਤ ਸੁਣਦੇ ਜਾਂਦੇ, ਇੱਧਰ ਉੱਧਰ ਦੀਆਂ ਗੱਲਾਂ। ਜਦੋਂ ਕਿਤੇ ਤੁਰਦਾ ਵੀ ਪਿਆ ਨਾ, ਉਦੋਂ ਵੀ ਵਾਹਿਗੁਰੂ ਮੰਤਰ ਦਾ ਚਿੰਤਨ ਕਰਿਆ ਕਰ। ਜਦੋਂ ਕਿਤੇ ਬੈਠਾ ਹੋਇਆ, ਉਦੋਂ ਵੀ ਵਾਹਿਗੁਰੂ ਨੂੰ ਆਰਾਧਿਆ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੌਲੀ ਕਰ ਭਾਵੇਂ ਉੱਚੀ ਕਰ। ਇਹ ਕਰੇਗਾ ਤੇ ਸਮਾਂ ਸਫਲਾ ਹੁੰਦਾ ਪਿਆ। ਦੁਨੀਆ ਨਾਲ ਗੱਲਾਂ ਕਰੇਗਾ ਤੇ ਸਮਾਂ ਬਰਬਾਦ ਹੁੰਦਾ ਪਿਆ। ਸਮਾਂ ਉਹੀ ਹੈ, ਸਫਲਾ ਕਿਵੇਂ ਕਰਨਾ, ਬਰਬਾਦ ਕਿਵੇਂ ਕਰਨਾ, ਉਹ ਤੇਰੀ ਮਰਜ਼ੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਯਤਨ ਕੇਵਲ ਇੱਕੋ ਯਤਨ ਹੈ। ਜੰਮਣ ਮਰਨ ਤੋਂ ਮੁਕਤ ਹੋਣਾ ਚਾਹੁਣਾ ਤੇ ਨਾਮ ਜਪਿਆ ਕਰ। ਚੱਲਦਿਆਂ ਫਿਰਦਿਆਂ, ਉੱਠਦਿਆਂ ਬੈਠਦਿਆਂ, ਸੌਂਦਿਆਂ ਜਾਗਦਿਆਂ, ਜਦੋਂ ਵੀ ਟਾਈਮ ਮਿਲੇ। ਇੱਕ ਬਚਨ ਹੋਰ ਪੱਲੇ ਬੰਨ੍ਹਣ ਵਾਲਾ ਵੀ ਨਾਮ ਜਪਣ ਦਾ ਕੋਈ ਸਮਾਂ ਨਹੀਂ ਹੈ। ਕੋਈ ਇਹ ਨਾ ਸੋਚੇ ਵੀ ਰਾਤ ਪੈ ਗਈ ਹੈ ਤੇ ਉਹ ਨਾਮ ਨਹੀਂ ਜਪਿਆ ਜਾਣਾ, ਹੁਣ ਦੁਪਹਿਰ ਹੋ ਗਈ ਹੈ ਤੇ ਉਹ ਨਾਮ ਨਹੀਂ ਜਪਿਆ ਜਾਣਾ। ਸਤਿਗੁਰਾਂ ਨੇ ਆਖਿਆ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨੇ ਵੀ ਜਪ, ਰਾਤ ਨੂੰ ਵੀ ਜਪ, ਜਦੋਂ ਮਰਜ਼ੀ ਜਪ।
ਇਹ ਢਿੱਲ ਨਾ ਵਰਤਾਈ ਵੀ ਮੈਂ ਸੌਣ ਲੱਗਾ ਤੇ ਰੱਬ ਵੀ ਸੌਂ ਗਿਆ ਹੋਵੇਗਾ। ਨਹੀਂ, ਉਹ ਸੌਂਦਾ ਨਹੀਂ ਹੈ। ਸਤਿਗੁਰ ਜਾਗਤਾ ਹੈ ਦਿਓ। ਪਰਮੇਸ਼ਰ ਹਮੇਸ਼ਾ ਹੀ ਜਾਗਦਾ ਹੈ। ਜਦੋਂ ਮਰਦੀ ਦਿਨੇ ਰਾਤ ਉਹਨੂੰ ਯਾਦ ਕਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅੱਠੇ ਪਹਿਰ ਇੱਕ ਤੈ ਲਵੈ ਮੰਨੇਨ ਹੁਕਮ ਆਪਾਰ। ਰੱਬ ਦੇ ਪਿਆਰੇ ਤੇ ਅੱਠੇ ਪੈਰ, 8 ਪੈਰ ਕਹਿੰਦੇ 24 ਘੰਟਿਆਂ ਨੂੰ। 24 ਘੰਟੇ ਰੱਬ ਦੇ ਪਿਆਰੇ ਉਹਨੂੰ ਯਾਦ ਕਰਦੇ, ਨਾ ਰਾਤ ਨਾ ਦਿਨੇ, ਕਿਸੇ ਵੇਲੇ ਵੀ ਖਾਲੀ ਨਹੀਂ ਹੁੰਦੇ, ਹਰ ਵੇਲੇ ਜਪਦੇ। ਮਹਾਰਾਜ ਕਹਿਣ ਲੱਗੇ, ਇਹ ਯਤਨ, ਇੱਕ ਯਤਨ ਕਰ ਨਾਮ ਜਪਣ ਦਾ, ਔਰ ਨਾਮ ਜਦੋਂ ਟਾਈਮ ਮਿਲੇ, ਜਦੋਂ ਸਮਾਂ, ਤੇ ਨਾਮ ਜਪਣ ਦਾ ਸਮਾਂ ਤੈਨੂੰ ਬਣਾਉਣਾ ਪੈਣਾ ਆਪ। ਆਪਣੇ ਟਾਈਮ ਟੇਬਲ ਦੇ ਵਿੱਚ ਇਹ ਗੱਲ ਤੈਨੂੰ ਦਰਜ ਕਰਨੀ ਪੈਣੀ ਹੈ ਵੀ ਇਸ ਵੇਲੇ ਮੈਂ ਆਹ ਕੁਝ ਕਰਨਾ, ਪਰ ਇਸ ਵੇਲੇ ਮੈਂ ਨਾਮ ਜਪਣਾ ਹੈ। ਤੇ ਭਾਵੇਂ 100 ਘੜਾ ਘਿਓ ਦਾ ਕਿਉਂ ਨਾ ਰੁੜ ਜਾਏ, ਰੁੜ ਜਾਵੇ, ਪਰ ਮੈਂ ਆਪਣੇ ਨਾਮ ਦੇ ਵਿੱਚ ਫਰਕ ਨਹੀਂ ਪਾਵਾਂਗਾ, ਆਪਣੇ ਸਮੇਂ ਨੂੰ ਨਹੀਂ ਬਦਲਾਂਗਾ। ਇਸ ਤਰ੍ਹਾਂ ਥੋੜ੍ਹਾ ਜਿਹਾ ਕਰਕੇ ਵੇਖ, ਥੋੜ੍ਹਾ ਸਮਾਂ ਹੀ ਕਰਕੇ ਵੇਖ। ਜਦੋਂ ਬਰਕਤ ਪੈਣੀ ਸ਼ੁਰੂ ਹੋ ਜਾਏਗੀ ਨਾ, ਫਿਰ ਤੈਨੂੰ ਪਤਾ ਲੱਗੇਗਾ ਵੀ ਮੇਰੇ ਕੋਲ ਕਿੱਡੀ ਵੱਡੀ ਦਾਤ ਹੈ। ਮਹਾਰਾਜ ਕਹਿਣ ਲੱਗੇ, ਇਹ ਯਤਨ, ਇੱਕ ਯਤਨ ਕਰ ਲਾ ਨਾਮ ਜਪਣ ਦਾ। ਕਾਟ ਕਲ ਕਾਲ, ਇਹ ਜਿਹੜਾ ਕਲਯੁਗ ਦਾ ਸਮਾਂ ਹੈ ਨਾ, ਇਹ ਕਲ ਕਹੀਏ ਕਲੇਸ਼ ਕਰਨ ਵਾਲਾ ਹੈ, ਦੁੱਖ ਦੇਣ ਵਾਲਾ। ਕਲਯੁਗ ਦਾ ਸਮਾਂ, ਕਲ ਕਲੇਸ਼ ਕਰਨ ਵਾਲਾ ਹੈ, ਕਲਾ ਕਰਾਉਣ ਵਾਲਾ, ਕਲੇਸ਼ ਕਰਾਉਣ ਵਾਲਾ। ਨਾਮ ਜਪੇਗਾ, ਇਹ ਕਲਯੁਗ ਦਾ ਕਲੇਸ਼ ਕਰਾਉਣ ਵਾਲਾ ਸਮਾਂ ਵੀ ਮੁੱਕ ਜਾਏਗਾ, ਖਤਮ ਹੋ ਜਾਏਗਾ। ਕਲੇਸ਼ ਕਰਾਉਣ ਵਾਲਾ, ਕਰਨ ਵਾਲਾ ਸਮਾਂ ਰਹਿ ਹੀ ਨਹੀਂ ਜਾਏਗਾ। ਤੇ ਕਲੇਸ਼ ਤੇ ਤਾਂ ਹੀ ਪੈਂਦਾ ਨਾ, ਜਾਂ ਵਸਤੂ ਵੱਧ ਮਿਲ ਜਾਵੇ ਜਾਂ ਨਾ ਮਿਲੇ। ਵੱਧ ਮਿਲ ਗਈ ਹੈ ਤੇ ਦੂਜਾ ਆ ਕੇ ਲੜੇਗਾ, ਨਹੀਂ ਮਿਲੀ ਹੈ ਤੇ ਮੈਂ ਜਾ ਕੇ ਲੜਾਂਗਾ। ਕਲੇਸ਼ ਦਾ ਤੇ ਕਾਰਨ ਹੀ ਇਹ ਹੈ ਨਾ। ਪਰ ਜਦੋਂ ਨਾਮ ਜਪੇਗਾ ਨਾ, ਫਿਰ ਕਿਸੇ ਨਾਲ ਵੰਡ ਵੰਡਈਆ ਰਹਿ ਹੀ ਨਹੀਂ ਜਾਏਗਾ। ਤੈਨੂੰ ਬਰਕਤਾਂ ਹੀ ਇੰਨੀਆਂ ਪ੍ਰਾਪਤ ਹੋਣਗੀਆਂ, ਕਲੇਸ਼ ਆਪਣੇ ਆਪ ਹੀ ਮੁੱਕ ਜਾਣਾ। ਇਹ ਯਤਨ ਕਾਟ ਕਲ ਕਾਲ, ਕਲਯੁਗ ਦੇ ਸਮੇਂ ਵਿੱਚ ਕਲ ਜਿਹੜਾ ਕਲੇਸ਼ ਪਿਆ ਹੋਇਆ ਕੱਟਿਆ ਜਾਏਗਾ ਜੇ ਨਾਮ ਜਪੇਗਾ। ਫਿਰ ਬਖਸ਼ਿਸ਼ ਕਰਦੇ ਹਨ। ਇਹ ਯਤਨ ਕਾਟ ਕਲ ਕਾਲ। ਸਤਿਗੁਰੂ ਫਰਮਾਉਂਦੇ, ਕਹਿਣ ਲੱਗੇ, ਕਲ ਤੋਂ ਭਾਵ ਹੁੰਦਾ ਗੁਰਮੁਖੋ ਕਲਪਨਾ। ਕਲਪਨਾ ਕਹੀਏ ਸਾਡੇ ਫੁਰਨੇ। ਫੁਰਨਾ ਅੱਜ ਕੋਈ ਹੋਰ ਬਣਿਆ, ਥੋੜ੍ਹੇ ਚਿਰ ਬਾਅਦ ਹੋਰ ਬਣ ਜਾਏਗਾ, ਥੋੜ੍ਹੇ ਚਿਰ ਬਾਅਦ ਹੋਰ ਬਣ ਜਾਏਗਾ। ਪਤਾ ਨਹੀਂ ਕਿੰਨੇ ਫੁਰਨੇ ਬਣਦੇ ਰਹਿਣਗੇ। ਇਹ ਸਾਰੇ ਫੁਰਨੇ ਤੇਰੇ ਪੂਰੇ ਹੋ ਜਾਣਗੇ, ਜਾਂ ਇਹ ਜਿਹੜੇ ਫੁਰਨੇ ਆਉਂਦੇ ਪਏ ਆਉਣੇ ਹੀ ਬੰਦ ਹੋ ਜਾਣਗੇ। ਇਹ ਯਤਨ, ਇੱਕ ਯਤਨ ਕਰ ਨਾਮ ਜਪਣ ਦਾ। ਜਿਹੜੇ ਫੁਰਨੇ ਆਉਂਦੇ ਨਾ, ਚੰਗੇ ਜਾਂ ਮਾੜੇ, ਪਾਪ ਦੇ ਜਾਂ ਪੁੰਨ ਦੇ, ਸਾਰੇ ਹੀ ਬੰਦ ਹੋ ਜਾਣਗੇ, ਰੁਕ ਜਾਣਗੇ, ਮੁੱਕ ਜਾਣਗੇ, ਖਤਮ ਹੋ ਜਾਣਗੇ। ਕਲ ਤੋਂ ਭਾਵ ਹੈ ਕਲਪਨਾ। ਇਹ ਕਲਪਨਾਵਾਂ, ਇਹ ਫੁਰਨੇ ਸਾਰੇ ਮੁੱਕ ਜਾਣਗੇ। ਕਾਲ ਤੋਂ ਭਾਵ ਹੁੰਦਾ ਗੁਰਮੁਖੋ ਜਮ। ਜਮ ਵੀ ਤੇਰੇ ਨੇੜੇ ਨਹੀਂ ਆਵੇਗਾ, ਜਮਦੂਤ ਵੀ ਤੇਰੇ ਨੇੜੇ ਨਹੀਂ ਆਵੇਗਾ। ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇੜੇ। ਇਹ ਜਮ ਨੇੜੇ ਨਹੀਂ ਆਵੇਗਾ। ਐਸੀ ਨਾਮ ਦੀ ਬਰਕਤ ਹੈ। ਰਹਾਉ ਆਦ ਅੰਤ ਦਇਆਲ ਪੂਰਨ। ਪਰਮਾਤਮਾ ਜਦੋਂ ਦੁਨੀਆ ਨਹੀਂ ਸੀ ਬਣੀ ਉਦੋਂ ਵੀ ਹੈ, ਦੁਨੀਆ ਬਣ ਗਈ ਹੈ ਉਦੋਂ ਵੀ ਹੈ, ਅੰਤ ਵੇਲੇ ਤੱਕ, ਜਦੋਂ ਤੱਕ ਦੁਨੀਆ ਰਹੇਗੀ, ਦੁਨੀਆ ਤੇ ਰਹਿਣ ਤੋਂ ਮਗਰੋਂ ਵੀ ਉਹਨੇ ਰਹਿਣਾ ਹੈ। ਐਸਾ ਉਹ ਪਰਮਾਤਮਾ ਪਰਿਪੂਰਨ, ਹਰੇਕ ਸਮੇਂ ਰਹਿਣ ਵਾਲਾ। ਫਿਰ ਬਖਸ਼ਿਸ਼ ਕਰਦੇ ਹਨ। ਆਦ ਅੰਤ ਦਇਆਲ ਪੂਰਨ। ਸਤਿਗੁਰੂ ਕਹਿਣ ਲੱਗੇ, ਆ ਮਨੁੱਖ ਹੈ, ਜੀਵ, ਜਦੋਂ ਤੇਰਾ ਆਦ ਜਨਮ ਹੋਇਆ ਸੀ ਨਾ, ਉਦੋਂ ਪਰਮਾਤਮਾ ਨੇ ਕਿਰਪਾ ਕੀਤੀ ਹੈ। ਪਹਿਲਾਂ ਮਾਤਾ ਦੇ ਗਰਭ ਦੇ ਅੰਦਰ ਪਾਲਿਆ, ਫਿਰ ਦੁਨੀਆ ਵਿੱਚ ਲਿਆ ਕੇ ਜਨਮ ਦਿੱਤਾ, ਫਿਰ ਦੁਨੀਆ ਵਿੱਚ ਪਾਲਿਆ, ਤੈਨੂੰ ਸਾਰੀ ਉਮਰ ਪਾਲਿਆ। ਜਦੋਂ ਦੁਨੀਆ ਤੋਂ ਜਾਣਾ ਹੈ ਉਦੋਂ ਵੀ ਸਦਾ ਅੰਗ ਸੰਗੇ, ਉਦੋਂ ਵੀ ਤੇਰੇ ਨਾਲ ਉਹਨੇ ਹੋਣਾ ਹੈ। ਐਸਾ ਉਹ ਪਰਮਾਤਮਾ ਹੈ, ਆਦ ਅੰਤ ਦਇਆਲ ਪੂਰਨ। ਉਹ ਸਦਾ ਹੀ ਤੇਰੇ ਤੇ ਦਿਆਲਤਾ ਕਰਨ ਵਾਲਾ। ਜਨਮ ਵੇਲੇ ਦਿਆਲਤਾ ਕੀਤੀ ਹੈ ਤਾਂ ਜਨਮ ਮਿਲਿਆ। ਜਨਮ ਤੋਂ ਪਹਿਲਾਂ ਤੇਰੇ ਤੇ ਉਹਨੇ ਦਿਆਲਤਾ ਕੀਤੀ ਹੈ ਤੇ ਤੇਰਾ ਸਰੀਰ ਤਾਂ ਨਵਾਂ ਨਰੋਇਆ ਰਿਹਾ। ਫਿਰ ਜਨਮ ਦੇਣ ਤੋਂ ਮਗਰੋਂ ਪਾਲਿਆ, ਵੱਡਾ ਕੀਤਾ, ਜਵਾਨ ਕੀਤਾ, ਪਰਿਵਾਰ ਵਾਲਾ ਕੀਤਾ। ਇਹ ਸਾਰੀ ਦਿਆਲਤਾ ਹੈ ਪਰਮਾਤਮਾ ਦੀ। ਉਹ ਪਰਿਪੂਰਨ ਐਸੀ ਤੇਰੇ ਤੇ ਦਿਆਲਤਾ ਕਰਦਾ ਹੈ। ਤਿਸ ਬਿਨਾ ਨਹੀਂ ਕੋਏ। ਉਹਦੇ ਤੋਂ ਬਿਨਾ ਗੁਰਮੁਖਾ ਕੋਈ ਦੂਜਾ ਹੈ ਹੀ ਨਹੀਂ ਹੈ ਦੁਨੀਆ ਵਿੱਚ, ਸੰਸਾਰ ਵਿੱਚ, ਜਿਹੜਾ ਤੇਰੇ ਤੇ ਐਸੀ ਦਿਆਲਤਾ ਕਰੇ। ਇੱਕ ਸਮਾਂ ਇਹੋ ਜਿਹਾ ਆ ਜਾਂਦਾ, ਆਪਣੇ ਸਕੇ ਸਾਕ ਸੰਬੰਧੀ, ਰਿਸ਼ਤੇਦਾਰ, ਭੈਣ ਭਰਾ, ਮਾਤਾ ਪਿਤਾ, ਉਹ ਵੀ ਇੱਕ ਸਮੇਂ ਮਿਹਣਾ ਦੇ ਦਿੰਦੇ,
ਤਾਨਾ ਮਾਰ ਦਿੰਦੇ, ਅਸੀਂ ਤੇਰੇ ਵਾਸਤੇ ਇਹ ਕੀਤਾ, ਤੂੰ ਸਾਡੇ ਵਾਸਤੇ ਕੀ ਕੀਤਾ ਹੈ। ਪਰਮਾਤਮਾ ਐਸਾ ਦਿਆਲੂ ਹੈ, ਉਹ ਕਦੇ ਆ ਕੇ ਮਿਹਣਾ ਨਹੀਂ ਮਾਰੇਗਾ, ਕਦੇ ਆ ਕੇ ਅਹਿਸਾਨ ਨਹੀਂ ਜਤਾਉਂਦਾ। ਐਸਾ ਉਹ ਪਰਮਾਤਮਾ ਹੈ, ਤਿਸ ਬਿਨਾ ਨਹੀਂ ਕੋਏ, ਉਹਦੇ ਬਿਨਾ ਕੋਈ ਦੂਜਾ ਤੇਰੀ ਰਾਖੀ ਕਰਨ ਵਾਲਾ ਨਹੀਂ ਹੈ। ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਆਮੀ ਸੋਏ। ਜਦੋਂ ਉਹ ਸੁਆਮੀ ਦਾ ਸਿਮਰਨ ਕਰੇਗਾ ਨਾ ਤੇ ਤੇਰਾ ਜੰਮਣ ਮਰਨਾ ਖਤਮ ਹੀ ਹੋ ਜਾਏਗਾ। ਸਾਡੇ ਕੋਲ ਇੱਕ ਸਵਾਲ ਪੈਦਾ ਹੋ ਜਾਂਦਾ, ਜਨਮ ਤੇ ਮਿਲਿਆ ਪਰ ਮਰਾਂ ਨਾ। ਇਹ ਇਕੱਲਾ ਸਾਡੇ ਕੋਲ ਨਹੀਂ ਹੈ, ਸਾਡੇ ਤੋਂ ਪਹਿਲਾਂ ਬੜੇ ਰਾਜੇ ਮਹਾਰਾਜੇ ਹੋਏ, ਉਹਨਾਂ ਦੇ ਮਨ ਵਿੱਚ ਇਹ ਵਿਚਾਰ ਸੀ ਵੀ ਜਨਮ ਲੈ ਲਿਆ ਪਰ ਮਰੀਏ ਨਾ ਮਰੀਏ। ਕਿਸੇ ਨੇ ਕਾਲ ਪਾਵੇ ਨਾਲ ਬੰਨ ਛੱਡਿਆ, ਕਿਸੇ ਨੇ ਆਖਿਆ ਮੈਂ ਧਰਤੀ ਤੇ ਨਾ ਮਰਾਂ, ਦਿਨੇ ਨਾ ਮਰਾਂ, ਰਾਤ ਨਾ ਮਰਾਂ, ਇੱਥੇ ਨਾ ਮਰਾਂ, ਉੱਥੇ ਨਾ ਮਰਾਂ ਨਾ, ਪਰ ਜਨਮ ਮਿਲਿਆ ਹੈ ਇਹ ਮੇਰੇ ਕੋਲ ਰਵੇ। ਸਤਿਗੁਰੂ ਕਹਿਣ ਲੱਗੇ, ਮੂਰਖ ਲੋਕਾਂ ਨੇ ਮੰਗੀ ਉਲਟੀ ਮੰਗੀ ਹੈ। ਮੰਗਣਾ ਤੇ ਇਹ ਚਾਹੀਦਾ ਸੀ ਪਰਮਾਤਮਾ ਜਨਮ ਹੀ ਨਾ ਹੋਵੇ। ਜਨਮ ਨਹੀਂ ਹੋਵੇਗਾ ਤੇ ਮੌਤ ਤੇ ਆਪਣੇ ਆਪ ਹੀ ਬੰਦ ਹੋ ਗਈ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਦੋਂ ਸੁਆਮੀ ਦਾ ਸਿਮਰਨ ਕਰੇਗਾ, ਜਨਮ ਮਰਨ ਨਿਵਾਰ, ਤੇਰਾ ਜੰਮਣ ਉਹਨੇ ਨਿਵਾਰ ਕਰ ਦੇਣਾ, ਖਤਮ ਕਰ ਦੇਣਾ। ਤੇ ਜਦੋਂ ਜੰਮਣਾ ਖਤਮ ਹੋ ਗਿਆ ਤੇ ਫਿਰ ਮਰਨਾ ਵੀ ਆਪਣੇ ਆਪ ਹੀ ਖਤਮ ਹੋ ਗਿਆ। ਉਹ ਐਸਾ ਹੈ, ਜਨਮ ਮਰਨ ਨੂੰ ਨਿਵਾਰ ਦਿੰਦਾ, ਖਤਮ ਕਰ ਦਿੰਦਾ। ਇਸੇ ਤਰ੍ਹਾਂ ਜੇ ਤੂੰ ਵੀ ਜਪੇਗਾ ਤੇ ਤੂੰ ਵੀ ਜਪ ਕੇ ਜੰਮਣ ਮਰਨ ਤੋਂ ਮੁਕਤ ਹੋ ਜਾਏਗਾ। ਤੇਰੇ ਵੱਲ ਵੇਖ ਕੇ ਹੋਰ ਵੀ ਕੋਈ ਜਪੇਗਾ, ਉਹ ਵੀ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਹੈ। ਵੇਦ ਸਿਮਰਤ ਕਥਾ ਸਾਸਤ। ਦੁਨੀਆਂ ਦੇ ਲੋਕ ਆਖਦੇ ਵੀ ਅਸੀਂ ਗ੍ਰੰਥ ਵਿੱਚ ਜੋ ਲਿਖਿਆ ਹੈ ਨਾ, ਗ੍ਰੰਥਾਂ ਦੇ ਵਿੱਚ ਲਿਖਿਆ ਉਹ ਮੰਨਦੇ ਆ, ਕਿਸੇ ਬੰਦੇ ਦੀ ਗੱਲ ਨਹੀਂ ਮੰਨਦੇ। ਇਹ ਸਤਿਗੁਰੂ ਕਹਿਣ ਲੱਗੇ, 4 ਵੇਦ ਵੀ ਇਹ ਗੱਲ ਕਹਿੰਦੇ ਨੇ, ਰਿਗ ਵੇਦ, ਜਜੁਰ ਵੇਦ, ਸਾਮ ਵੇਦ ਤੇ ਅਥਰਵਣ ਵੇਦ। ਇਹ 4 ਵੇਦ ਇਹ ਗੱਲ ਕਹਿੰਦੇ, ਗਵਾਹੀ ਭਰਦੇ। 27 ਸਿਮਰਤੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ। ਅਤੇ ਕਥੇ ਸਾਸਤ, 6 ਸ਼ਾਸਤਰ ਨੇ, ਉਹ ਸ਼ਾਸਤਰ ਵੀ 6 ਇਹ ਗੱਲ ਕਹਿੰਦੇ ਨੇ। ਇਹ ਸਾਰੇ ਧਾਰਮਿਕ ਗ੍ਰੰਥ ਇੱਕ ਗੱਲ ਦੀ ਗਵਾਹੀ ਦਿੰਦੇ ਹਨ। ਭਗਤ ਕਰ ਹੈ ਵਿਚਾਰ। ਜਿਹੜੇ ਰੱਬ ਦੇ ਭਗਤ ਨੇ ਨਾ, ਭਗਤੀ ਕਰਨ ਵਾਲੇ ਗੁਰਮੁਖ, ਉਹ ਵੀ ਵਿਚਾਰ ਕੇ ਇਹ ਗੱਲ ਕਹਿੰਦੇ ਨੇ। ਸਿਮਰਤੀਆਂ ਸ਼ਾਸਤਰ ਤੇ ਧਾਰਮਿਕ ਗ੍ਰੰਥ ਵੀ ਇੱਕ ਗੱਲ ਕਹਿੰਦੇ ਨੇ। ਰੱਬ ਦੇ ਭਗਤ ਸਾਧੂ ਸੰਤ ਨਾਮ ਜਪਣ ਵਾਲੇ ਵੀ ਇੱਕ ਗੱਲ ਕਹਿੰਦੇ ਨੇ। ਮਹਾਰਾਜ ਉਹ ਕਿਹੜੀ ਗੱਲ ਹੈ? ਸਤਿਗੁਰੂ ਦੱਸਦੇ ਹਨ, ਮੁਕਤ ਪਾਈਐ ਸਾਧ ਸੰਗਤ। ਸਾਧ ਸੰਗਤ ਵਿੱਚ ਬੈਠ ਕੇ ਮੁਕਤੀ ਮਿਲਦੀ ਹੈ। ਇਹਨੂੰ ਸ਼ਾਸਤਰ ਵੀ ਕਹਿੰਦਾ, ਇਹਨੂੰ ਵੇਦ ਵੀ ਕਹਿੰਦਾ ਵੀ ਸੰਗਤ ਵਿੱਚ ਬੈਠੀਏ ਮੁਕਤੀ ਮਿਲ ਜਾਂਦੀ ਹੈ। ਰੱਬ ਦੇ ਜਿਹੜੇ ਭਗਤ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਵੀ ਸੰਗਤ ਵਿੱਚ ਬੈਠ ਕੇ ਮੁਕਤੀ ਮਿਲਦੀ ਹੈ। ਮੁਕਤ ਪਾਈਐ ਸਾਧ ਸੰਗਤ, ਗੁਰੂ ਕੀ ਸੰਗਤ ਵਿੱਚ ਬੈਠੇਗਾ ਮੁਕਤ ਹੋ ਜਾਣਾ ਕਰੇਗਾ। ਬਿਨਸ ਜਾਏ ਅੰਧਾਰ। ਇਹ ਜਿਹੜਾ ਅੰਧਿਆਰ ਹੈ ਨਾ, ਅਗਿਆਨਤਾ ਦਾ ਹਨੇਰਾ, ਇਹ ਵੀ ਸਤਿਗੁਰੂ ਖਤਮ ਕਰ ਦੇਣਗੇ। ਮਹਾਰਾਜ ਕਹਿਣ ਲੱਗੇ, ਸਾਧ ਸੰਗਤ ਵਿੱਚ ਬੈਠ ਕੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਏਗਾ ਅਤੇ ਫਿਰ ਜੰਮਣ ਮਰਨਾ ਮੁੱਕ ਜਾਂਦਾ ਹੈ। ਚਰਨ ਕਮਲ ਆਧਾਰ ਜਨ ਕਾ। ਜਿਹੜੇ ਰੱਬ ਦੇ ਭਗਤ ਗੁਰਮੁਖ ਨੇ, ਅਕਾਲ ਪੁਰਖ ਜੀ ਤੁਹਾਡੇ ਚਰਨ ਜਿਹੜੇ ਕਮਲ ਵਰਗੇ ਸੁੰਦਰ ਨੇ, ਇਹੋ ਹੀ ਭਗਤਾਂ ਦਾ ਆਸਰਾ ਹਨ। ਰਾਸ ਪੂੰਜੀ ਏਕ। ਗੁਰਮੁਖਾਂ ਦੇ ਕੋਲ ਸੱਚੀ ਪੂੰਜੀ ਹੈ, ਨਾਮ ਦੀ ਥੈਲੀ, ਨਾਮ ਦਾ ਧਨ ਉਹਨਾਂ ਦੇ ਕੋਲ ਹੈ। ਇਹ ਦੁਨੀਆ ਦੀਆਂ ਥੈਲੀਆਂ ਨਾਮ ਦੀਆਂ ਤੇ ਮੁੱਕ ਜਾਣ ਵਾਲੀਆਂ, ਖਤਮ ਹੋ ਜਾਣ ਵਾਲੀਆਂ, ਪਰ ਪ੍ਰਮਾਤਮਾ ਦਾ ਨਾਮ ਜਿਹੜਾ ਐਸਾ ਹੈ, ਇਹ ਐਸੀ ਰਾਸ ਪੂੰਜੀ ਹੈ, ਸੱਚੀ ਪੂੰਜੀ ਹੈ, ਸੱਚਾ ਧਨ ਗੁਰਮੁਖਾਂ ਦੇ ਕੋਲ ਹੈ। ਤਾਣ ਮਾਨ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ, ਅਕਾਲ ਪੁਰਖ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਓ, ਆਪ ਜੀ ਸਾਡੇ ਸਰੀਰ ਦਾ ਕਹੀਏ ਤਾਣ ਬਲ ਹੋ। ਸਾਡੇ ਸਰੀਰ ਦਾ ਬਲ ਵੀ ਤੁਹਾਡੇ ਕਰਕੇ ਹੀ ਹੈ। ਤੁਹਾਡੀ ਤਾਕਤ ਹੀ ਸਾਡੇ ਸਰੀਰ ਵਿੱਚ ਕੰਮ ਕਰਦੀ ਹੈ। ਤੁਹਾਡੇ ਜ਼ੋਰ ਤੇ ਹੀ ਅਸੀਂ ਬਚਨ ਕਹਿੰਦੇ ਤੇ ਕਹਾਉਂਦੇ ਹਾਂ। ਸਾਡੇ ਸਰੀਰ ਨੂੰ ਤਾਣ ਜੇ ਬਲ ਪ੍ਰਾਪਤ ਹੋਇਆ ਤੁਹਾਡੇ ਕਰਕੇ। ਮਾਣ ਜਿਹੜਾ ਮਨ ਕਰਕੇ ਸਾਨੂੰ ਮਾਣ ਮਿਲਿਆ ਨਾ, ਇੱਜ਼ਤ ਮਿਲੀ, ਸਤਿਕਾਰ ਮਿਲਦਾ ਦੁਨੀਆ ਵਿੱਚੋਂ, ਔਰ ਸਾਡੇ ਮਨ ਵਿੱਚ ਇਹ ਮਾਣ ਭਰੋਸਾ ਹੈ ਵੀ ਮੇਰਾ ਗੁਰੂ ਮੈਨੂੰ ਤੱਤੀ ਵਾਹ ਨਹੀਂ ਲੱਗਣ ਦੇਵੇਗਾ, ਇਹ ਵੀ ਤੁਹਾਡੇ ਕਰਕੇ ਹੈ। ਦੀਵਾਨ ਸਾਚਾ, ਇਸੇ ਤਰ੍ਹਾਂ ਇਹ ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਦੇ।
ਦੀਵਾਨ ਕਹੀਏ ਸਾਨੂੰ ਆਸਰਾ ਵੀ ਕੇਵਲ ਤੁਹਾਡਾ ਹੈ। ਤਨਾਸਰੀ ਮਹੱਲਾ ਪੰਜਵਾ। ਨਾਨਕ ਕੀ ਪ੍ਰਭ ਟੇਕ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਕੇਵਲ ਇੱਕ ਸਾਨੂੰ ਤੁਹਾਡੀ ਟੇਕ, ਤੁਹਾਡਾ ਆਸਰਾ ਹੈ। ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਇੱਕ ਤੁਹਾਡੀ ਟੇਕ ਹੋਣ ਦੇ ਕਰਕੇ ਸਾਡੇ ਸਰੀਰ ਦਾ ਬਲ ਵੀ ਤੁਹਾਡੇ ਕਰਕੇ ਹੈ, ਸਾਨੂੰ ਮਾਣ ਜਿਹੜਾ ਹੈ ਇਹ ਵੀ ਤੁਹਾਡੇ ਕਰਕੇ ਹੈ, ਦੀਵਾਨ ਕਹੀਏ ਆਸਰਾ ਵੀ ਤੁਹਾਡੇ ਕਰਕੇ ਹੈ। ਸਾਨੂੰ ਤੇ ਐਸਾ ਆਪ ਜੀ ਦੇ ਉੱਪਰ ਭਰੋਸਾ ਹੈ, ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਬਖਸ਼ਿਸ਼ ਕਰਨੀ। ਦਿਓ ਸੱਜਣ ਆਸੀਸਣੀਆਂ ਜਿਉ ਹੋਵੈ ਸਾਹਿਬ ਸਿਓ ਮੇਲ। ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇਕੱਤਰ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜਿਹੜੇ ਕਿ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਹੋ। ਵਾਹਿਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸਭ ਤੋਂ ਪਹਿਲਾਂ ਆਪ ਸੰਗਤਾਂ ਨੂੰ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ